नमस्कार, ओम शांति। सतगुरु करता पुरख 'ਚ ਤੁਹਾਡਾ ਸਵਾਗਤ ਆ। ਅਸੀਂ ਗੱਲ ਕਰਦੇ ਹਾਂ ਆਪਣੇ ਪ੍ਰਸ਼ਨਾਂ ਦੀ ਤੇ ਨਾਲੇ ਉੱਤਰਾਂ ਦੀ। ਗਿਆਨ ਔਰ ਯੋਗ ਇਹ ਦੋਨੋਂ ਸਾਡੇ ਜੀਵਨ 'ਚ ਕਿੰਨਾ ਜ਼ਰੂਰੀ ਹੈ। ਆइए सतगुरु करता पुरख 'ਚ ਅਸੀਂ ਸਵਾਗਤ ਕਰਦੇ ਹਾਂ ਸਾਡੇ ਨਿਰਵੈਰ ਭਾਈ ਸਾਹਿਬ ਦਾ। सतगुरु करता पुरख 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਸਭ ਭਾਈ ਭੈਣਾਂ ਨੂੰ ਖਾਸ ਅੱਜ ਈਸ਼ਵਰੀ ਯਾਦ विशेष मैं कहूँगा स्वीकार हुए। हाँ जी जी भाई साहब एक प्रश्न है, एक ईमेल 'ਚ प्रश्न आया कि क्या किसी दुर्घटना ਨੂੰ ਦੇਖਦੇ ਹੋਏ ਜਾਂ ਹਿੰਸਕ ਜੀਵ ਦੁਆਰਾ ਮਾਰਦੇ ਹੋਏ ਸਾਨੂੰ ਆਪਣੀ ਸਥਿਤੀ ਨੂੰ ਜਾਂ ਪੁਰਸ਼ਾਰਥ ਦੇ ਜਾਂ ਪਥ ਤੋਂ ਵਿਚਲਿਤ ਹੋਣਾ ਚਾਹੀਦਾ ਜਾਂ ਨਹੀਂ, ਕਿਉਂਕਿ ਉਹ ਦੇਖੀ ਨਹੀਂ ਜਾਂਦਾ ਕਿ ਹਾਂ ਉਹਨੂੰ ਮਾਰਿਆ ਕਰਦਾ, ਉਹ ਦੁਖੀ ਹੈ, ਮਤਲਬ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ? ਅੱਜ ਦੇ ਯੁੱਗ 'ਚ ਦੇਖਿਆ ਗਿਆ ਹੀ ਕਿ ਅਗਰ ਕੋਈ ਆਪਸ 'ਚ ਲੜ ਰਹੇ ਹੈ, ਭਾਵੇਂ ਉਹ ਪਤੀ ਪਤਨੀ ਹੋਣ ਜਾਂ ਆਪਸ 'ਚ ਭਾਈ ਹੋਣ ਜਾਂ ਆਪਸ 'ਚ ਦੋਸਤ ਹੀ ਹੋਣ, ਅਗਰ ਉਹਦੇ ਵਿੱਚ ਜਾ ਕਰਕੇ ਕੋਈ ਉਹਨਾਂ ਨੂੰ ਸੁਲਹ ਸਫਾਈ ਕਰਾਉਣ ਦੀ ਕੋਸ਼ਿਸ਼ ਕਰਦਾ ਹੀ ਤੇ ਕਈ ਵਾਰ ਨੁਕਸਾਨ ਹੋ ਜਾਂਦਾ ਹੀ। ਉਹ ਆਪਸ 'ਚ ਲੜ ਰਹੇ ਹੈ ਔਰ ਜਦੋਂ ਕੋਈ ਕੁਛ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਇਸ਼ਾਰਾ ਦਿੰਦਾ ਤੇ ਆਪਸੀ ਲੜਾਈ ਨੂੰ ਇੱਕ ਪਾਸੇ ਰੱਖ ਕਰਕੇ ਉਹਨੂੰ ਆ ਕਰਕੇ ਦੋ ਚਾਰ ਲਗਾ ਦੇਣਗੇ ਜੀ। ਇੱਥੋਂ ਤਾਈਂ ਕਿ ਮੌਤ ਦੇ ਘਾਟ ਵੀ ਉਤਾਰ ਦਿੰਦੇ ਆ। ਜੀ ਜੀ ਜੀ। ਤੇ ਇਹ ਥੋੜਾ ਦੇਖਣਾ ਪੈਂਦਾ ਹੀ ਕਿ ਸਾਡੇ ਇਕੱਲਿਆਂ ਦੀ ਤਾਕਤ ਜਿਹੜੀ ਹੈ ਇੰਨੀ ਹੈ ਜਾਂ ਨਹੀਂ ਕਿ ਅਸੀਂ ਕਿਸੇ ਨੂੰ ਕੁਝ ਕਹਿ ਸਕੀਏ। ਆਪਣੀ ਵੀ ਤਾਕਤ ਦਾ ਜ਼ਰਾ ਥੋੜਾ ਅੰਦਾਜ਼ਾ ਚਾਹੀਦਾ ਹੀ। ਔਰ ਅੱਜ ਦਾ ਯੁੱਗ ਜਿਹੜਾ ਹੀ ਬਹੁਤ ਹੀ ਅਜੀਬ ਹੈ। ਹਰ ਇੱਕ ਦੇ ਅੰਦਰ ਕ੍ਰੋਧ ਇਹ ਇਤਨਾ ਜ਼ਿਆਦਾ ਹੋ ਜਾਂਦਾ ਹੀ, ਜਿਸ ਤਰ੍ਹਾਂ ਕ੍ਰੋਧ ਦੀ ਅਗਨੀ ਹੁੰਦੀ। ਜੀ ਜੀ। ਤੇ ਉਸ ਵੇਲੇ ਤੁਸੀਂ ਵਿੱਚ ਅਗਰ ਉਹਦੇ 'ਚ ਜਾ ਕਰਕੇ ਉਹਨਾਂ ਨੂੰ ਸ਼ਾਂਤ ਕਰਵਾ ਸਕਦੇ ਹੋ, ਬੜੀ ਹਿੰਮਤ ਹੈ ਤੁਹਾਡੇ 'ਚ। ਲੇਕਿਨ ਉਹਦਾ ਰਸਤਾ ਕੋਈ ਇਹੋ ਜਿਹਾ ਨਿਕਾਲਣਾ ਚਾਹੀਦਾ ਜਿਹਦੇ 'ਚ ਕਿ ਤੁਹਾਨੂੰ ਕੋਈ ਖੁਦ ਨੂੰ ਨੁਕਸਾਨ ਨਾ ਹੋ ਜਾਏ। ਤੇ ਇਸ ਕਰਕੇ ਅਧਿਕਤਰ ਜੋ ਦੇਖਿਆ ਗਿਆ ਹੀ ਕਿ ਪਹਿਲੇ ਥੋੜਾ ਜਿਹਾ ਸ਼ੋਰ ਮਚਾ ਕੇ ਲੋਕਾਂ ਨੂੰ ਇਕੱਠਾ ਕਰਨਾ ਪੈਂਦਾ। ਤੇ ਜਦੋਂ 8-10 ਲੋਕ ਇਕੱਠੇ ਆ ਕਰਕੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਕਹਿਣਗੇ ਤੇ ਉਹ ਲੜਾਈ ਝਗੜਾ ਕਰਨ ਵਾਲੇ ਫਿਰ ਕਿਸੇ ਨੂੰ ਨੁਕਸਾਨ ਹੋਰ ਨੂੰ ਨਹੀਂ ਪਹੁੰਚਾ ਸਕਦੇ ਔਰ ਫਿਰ ਸ਼ਾਂਤ ਵੀ ਹੋ ਜਾਂਦੇ ਆ। ਜੀ। ਇਹ ਬਹੁਤ ਧਿਆਨ ਰੱਖਣਾ ਪੈਂਦਾ। ਲੇਕਿਨ ਕਦ ਇੱਦਾਂ ਵੀ ਹੁੰਦਾ ਕਿ ਕੁਝ ਐਕਸੀਡੈਂਟ ਹੋ ਗਿਆ, ਉਹ ਦੇਖ ਕੇ ਨਿਕਲ ਜਾਂਦੇ, ਕਿਆ ਉਹ ਇਨਸਾਨੀਅਤ ਨੇ ਹੋ ਗਿਆ? ਉਸ ਵੇਲੇ ਤੁਸੀਂ ਅਗਰ ਮਦਦ ਕਰ ਸਕਦੇ ਹੋ, ਕਿਉਂਕਿ ਕਈ ਵਾਰ ਇਹ ਹੁੰਦਾ ਹੀ ਕਿ ਕੋਈ ਐਕਸੀਡੈਂਟ ਹੋਇਆ, ਜ਼ਖਮੀ ਹੋ ਗਏ ਔਰ ਜੋ ਜ਼ਖਮੀ ਹੋਏ ਆ ਉਹਨਾਂ ਨੂੰ ਫਟਾਫਟ ਹਸਪਤਾਲ 'ਚ ਪਹੁੰਚਾਉਣਾ ਪੈਂਦਾ ਜੀ। ਤੇ ਉਹਦੇ 'ਚ ਕੋਈ ਡਰਨ ਦੀ ਕੋਈ ਗੱਲ ਨਹੀਂ। ਅਗਰ ਤੁਹਾਡੇ ਕੋਲ ਸਾਧਨ ਹੈ, ਉਸ ਵੇਲੇ ਜੋ ਕੋਈ ਜਿਸ ਨੂੰ ਚੋਟ ਲੱਗੀ ਹੋਏ, ਜ਼ਖਮੀ ਹੋਇਆ ਹੋਏ, ਆਪਣੀ ਗੱਡੀ 'ਚ ਬਿਠਾ ਕਰਕੇ ਉਹਨੂੰ ਜਾਂ ਲਿਟਾ ਕਰਕੇ ਫਟਾਫਟ ਜੋ ਨੀਅਰੈਸਟ ਹਸਪੀਟਲ ਹੋਏ ਉੱਥੇ ਲੈ ਜਾਣਾ ਹੈ। इतना काम तो कर सकते हैं। जी जी जरूर। और क्या भाई साहब, अगला प्रश्न है, किस बात च असी फेल होंगे जिस दे वास्ते असी चंद्रवंशी या त्रेता युग च आऊंगे? ज्ञान च, योग च या फिर पुरुषार्थ च? ये बड़ा नाजुक सवाल है। जी। फेल नहीं होंगे। अच्छा।
ਫੇਲ ਨਹੀਂ ਹੁੰਦੇ ਆ, ਹੁੰਦੇ ਪਾਸ ਹੈ, ਤਾਂ ਹੀ ਚੰਦਰਵੰਸ਼ੀ ਬਣ ਸਕਦੇ ਆ। ਮਤਲਬ ਪਰਸੈਂਟੇਜ ਕਮ ਹੁੰਦੀ। ਪਰਸੈਂਟੇਜ ਕਮ ਹੋ ਜਾਂਦੀ ਹੈ, ਉਹ ਤਾਂ ਤੁਸੀਂ ਜਾਣਦੇ ਹੋ। ਘੱਟ ਪਰਸੈਂਟੇਜ ਹੋਏਗੀ ਤਾਂ ਥੋੜਾ ਉਹਦਾ ਕੰਮ ਹੋ ਜਾਏਗਾ। ਤੇ ਇਹੜੀ ਕਿਹੜੀ ਗੱਲ ਹੈ, ਬੋਲ ਚਾਲ, ਦ੍ਰਿਸ਼ਟੀ ਵ੍ਰਿਤੀ ਜਾਂ ਪੁਰਸ਼ਾਰਥ ਜਾਂ ਗਿਆਨ ਚ, ਮਤਲਬ ਕੋਈ ਐਸੀ ਗੱਲ ਜਿਸ ਚ ਸਾਡੇ ਪਰਸੈਂਟ ਵੀ ਕਮ ਹੁੰਦੇ? It's so ਤੁਸੀਂ ਤਾਂ difficult. ਅਨੁਭਵੀ ਹੈ। It's so difficult to answer this. Let me say very frankly. ਬੜੀ ਮੁਸ਼ਕਿਲ ਹੈ। ਇਸ ਕਰਕੇ ਜੋ ਆਪਣੀ ਜਿਹੜੇ ਨਿਯਮ ਹੈ, ਮਰਿਆਦਾ ਹੈ, ਹੁਣ ਉਹਦੇ ਵਾਸਤੇ ਚੰਦਰਵੰਸ਼ੀਆਂ ਨੂੰ ਮਰਿਆਦਾ ਪੁਰਸ਼ੋਤਮ ਤੇ ਕਹਿੰਦੇ ਹੀ ਹੈ। ਰਾਮ, ਸ਼੍ਰੀ ਰਾਮਚੰਦਰ ਔਰ ਸੀਤਾ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਆ। ਜੀ ਜੀ। ਫਿਰ ਇਸ ਕਰਕੇ ਜਿਹੜੀ ਈਸ਼ਵਰੀ ਪੜ੍ਹਾਈ ਹੈ, ਉਹ ਪੜ੍ਹਾਈ 'ਚ ਕੁਝ ਕਮੀ ਰਹਿ ਗਈ ਹੈ। ਇਸ ਕਰਕੇ ਉਹ 16 ਕਲਾ ਦੀ ਬਜਾਏ 14 ਕਲਾ ਬਣ ਗਏ। ਕਿਆ ਸੂਖਸ਼ਮ ਵਤਨ ਚ ਕਿਏ ਗਏ ਜਿਹੜੇ ਕਰਮ ਹੈ ਉਹਨਾਂ ਦਾ ਪ੍ਰਭਾਵ, ਕਿਆ ਬ੍ਰਹਮਾ ਬਾਬਾ ਸੂਖਸ਼ਮ ਵਤਨ ਚ ਇਸ ਵੇਲੇ ਜਿਹੜੇ ਕਰਮ ਕਰ ਰਹੇ ਹੈ, ਉਹ ਬ੍ਰਹਮਾ ਬਾਬਾ ਬੈਠ ਕਰਕੇ ਹਰ ਇੱਕ ਦਾ ਹਿਸਾਬ ਨਹੀਂ ਰੱਖਦੇ। ਹਰ ਇੱਕ ਆਤਮਾ ਦਾ ਹਿਸਾਬ ਉਹਦੇ ਆਪਣੇ ਸੰਸਕਾਰਾਂ 'ਚ ਰਹਿੰਦਾ ਹੀ। ਅੱਛਾ, तो फिर भी ਉਹਨਾਂ ਦਾ ਇਸ ਟਾਈਮ ਸੰਕਲਪ ਜਾਂ ਕੁਛ ਸੂਖਸ਼ਮ ਵਤਨ ਚ ਵੀ ਕਰਕੇ ਕੰਮ ਨਹੀਂ ਕਰਦੇ। 700 ਕਰੋੜ ਆਤਮਾ ਕੀ ਸੰਕल्प ਕਰ ਰਹੀਆਂ, ਬੈਠ ਕਰਕੇ ਬਾਬਾ ਉਹੀ ਸੁਣਦਾ ਰਹੇਗਾ? ਇਹ ਨਹੀਂ। ਤਾਂ ਉਹ ਸਾਰਾ ਹਿਸਾਬ ਕਿਤਾਬ शिव बाबा, ਨਾ शिव बाबा ਨਾ ब्रह्मा बाबा, ਦੋਨੋਂ ਹੀ ਨਹੀਂ। ਹਰ ਇੱਕ ਆਤਮਾ ਖੁਦ ਹੀ ਉਹਦਾ ਹਿਸਾਬ ਸਮਝਦੀ ਹੈ ਔਰ ਉਹਦਾ ਸਹਿਨ ਵੀ ਕਰਦੀ ਹੈ। ਤਾਂ ਹਿਸਾਬ ਕਿਤਾਬ ਅਗਰ ਦੁੱਖ ਹੈ ਤੇ ਸਹਿਨ ਕਰੇਗੀ, ਸੁੱਖ ਹੈ ਤੇ ਆਨੰਦ ਲਏਗੀ, ਬਸ। ਜੀ, ਥੈਂਕ ਯੂ ਭਾਈ ਸਾਹਿਬ। ਤੇ ਇੱਕ ਪ੍ਰਸ਼ਨ ਬਹੁਤ ਹੀ ਅਲੱਗ ਹੈ ਕਿ ਕਿਆ ਸਥੂਲ ਰਤਨ, ਜਿਹੜੇ ਪੱਥਰ ਰਤਨ ਹੈ, ਜਿਹੜੇ ਅਸੀਂ ਅੰਗੂਠੀ 'ਚ ਪਹਿਨਦੇ ਆ ਕੁਝ ਵੀ ਹੈ, ਉਹਨਾਂ ਦਾ ਆਤਮਾ ਉੱਪਰ ਗ੍ਰਹਿਚਾਰੀ ਹੈ ਜਾਂ ਆਤਮਾ ਦਾ ਵਾਸਤਵਿਕ ਗ੍ਰਹਿਚਾਰੀ ਕਿਆ ਹੈ? ਫਿਰ ਦੇਖੋ, ਅਸੀਂ ਤਾਂ ਕੋਈ ਇਹੋ ਜਿਹੀ ਚੀਜ਼ ਨਾ ਪਹਿਨੀ ਹੈ ਨਾ ਪਹਿਨ ਜੀ, ਨਾ ਅਸੀਂ ਬਾਬਾ ਨੂੰ ਦੇਖਿਆ, ਸਾਕਾਰ ਬਾਬਾ ਨੂੰ। ਉਹਨਾਂ ਨੇ ਵੀ ਕੋਈ ਨਾ ਅੰਗੂਠੀ ਪਹਿਨੀ, ਨਾ ਕੋਈ ਲੋਕੇਟ ਪਹਿਨਿਆ, ਨਾ ਕੋਈ ਇਧਰ ਤਲਕ ਲਗਾਇਆ। ਬੜੀ ਸਿੰਪਲ ਲਾਈਫ ਸੀ। ਤੁਹਾਨੂੰ ਦੱਸਿਆ ਪਹਿਲੇ ਵੀ ਮਾਰਕਿਨ ਦਾ ਕੁੜਤਾ, ਮਲਮਲ ਦੀ ਧੋਤੀ ਔਰ ਪੈਰਾਂ 'ਚ ਖੜਾਮ ਪਹਿਨਣੀ। ਇਤਨੀ ਸਿੰਪਲ ਲਾਈਫ ਸੀ। ਇਸ ਕਰਕੇ ਇਹ ਜਿਹੜੀਆਂ ਬੈਰੂਨੀ ਚੀਜ਼ਾਂ ਹੈਗੀਆਂ, ਇਹ ਭਗਤੀ ਮਾਰਗ 'ਚ ਲੋਕਾਂ ਦੀ ਜੋ ਮੁਸ਼ਕਿਲਾਤ ਹੁੰਦੀ ਹੈ, ਉਹਨਾਂ ਨੂੰ ਕੋਈ ਆਪਣੇ ਕਾਰੋਬਾਰ 'ਚ ਘਾਟਾ ਪੈਂਦਾ ਹੀ, ਜਾਂ ਪਰਿਵਾਰ 'ਚ ਕੋਈ ਬਿਮਾਰੀ ਆ ਜਾਂਦੀ ਹੈ, ਜਾਂ ਕਿਸੇ ਨੂੰ ਆਪਣੀ ਪਰਸਨਲ ਲਾਈਫ 'ਚ ਕੋਈ ਬਿਮਾਰੀ ਹੋਏ, ਜਾਂ ਬਿਜ਼ਨਸ 'ਚ ਜਾਂ ਨੌਕਰੀ 'ਚ, ਉਹਦੇ ਵਾਸਤੇ ਉਹ ਜਾਂਦੇ ਨੇ ਕਈ ਜੋਤਸ਼ੀਆਂ ਦੇ ਕੋਲ, ਜਾਂ ਇੱਕ ਹੋਰ ਵੀ ਹੈ ਟੈਰਟ ਵਾਲੇ ਜਿਹੜੇ ਹੁੰਦੇ ਆ, ਉਹਨਾਂ ਕੋਲ ਜਾ ਕਰਕੇ ਫਿਰ ਉਹ ਆਪਣੀ ਗੱਲ ਦੱਸਦੇ ਆ। ਫਿਰ ਉਹ ਉਹਦੇ ਹਿਸਾਬ ਨਾਲ ਉਹ ਜੋ ਜੋਤਸ਼ੀ ਵਗੈਰਾ ਹੁੰਦੇ ਆ, ਅਤੇ ਉਹਨਾਂ ਦੇ ਜਨਮ ਦਿਨ ਦੇ ਹਿਸਾਬ ਨਾਲ ਉਹ ਸਾਰਾ ਕੁਛ ਦੇਖ ਕਰਕੇ ਗ੍ਰਹਿ ਇਹ ਉਹ ਕਈ ਗੱਲਾਂ ਹੈਗੀਆਂ, ਅਤੇ ਫਿਰ ਉਹਨਾਂ ਨੂੰ ਦੱਸਦੇ ਤੁਸੀਂ ਇਹੋ ਜਿਹਾ ਦਾਨ ਕਰੋ ਤਾਂ ਤੁਹਾਨੂੰ ਫਾਇਦਾ ਹੋ ਜਾਏਗਾ, ਤੁਸੀਂ ਇਹੋ ਜਿਹੀ ਅੰਗੂਠੀ ਪਹਿਨੋ ਤਾਂ ਤੁਹਾਨੂੰ ਫਾਇਦਾ ਹੋ ਜਾਏਗਾ। ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ। ਹੁਣ ਉਹਨਾਂ ਦਾ ਵਿਸ਼ਵਾਸ ਹੈ, ਅਤੇ ਵਿਸ਼ਵਾਸ ਦੇ ਕਾਰਨ ਉਹਨਾਂ ਨੂੰ ਕੁਝ ਜ਼ਰੂਰ, ਵਿਸ਼ਵਾਸ ਦੇ ਕਾਰਨ ਜੋ ਕੁਛ ਕਰਨਗੇ
ਕਰਮ ਕਾਂਡ ਕਹਿੰਦੇ ਇਸ ਨੂੰ। ਜੀ ਉਹ ਜੋ ਵੀ ਕਰਨਗੇ ਉਹਦਾ ਉਹਨਾਂ ਨੂੰ ਅਲਪਕਾਲ ਵਾਸਤੇ ਫਾਇਦਾ ਹੁੰਦਾ ਹੀ, ਅਲਪਕਾਲ ਵਾਸਤੇ, ਥੋੜਾ ਟਾਈਮ ਵਾਸਤੇ। ਇੱਕ ਚੀਜ਼ ਦਾ ਫਾਇਦਾ ਹੋਏਗਾ, ਫਿਰ ਦੂਸਰੀ ਕੋਈ ਵਿਗੜ ਜਾਏਗੀ, ਜੀ ਜੀ ਫਿਰ ਉਹਦੀ ਦੂਜੀ ਅੰਗੂਠੀ ਪਹਿਨੋ। ਇਸ ਕਰਕੇ ਫਿਰ ਇੱਕ ਅੰਗੂਠੀ ਇਹੋ ਜਿਹੀ ਨਿਕਲੀ ਜਿਹਦੇ 'ਚ 9 ਰਤਨ ਹੁੰਦੇ ਆ। ਬਾਬਾ ਉਹਨਾਂ ਦਾ ਕੁਝ ਹੋਰ ਅਰਥ ਸੁਣਾਉਂਦਾ ਹੀ ਜੀ ਵੀ ਅੰਦਰ ਸ਼ਿਵ ਬਾਬਾ ਔਰ ਬਾਕੀ ਵਿਜਈ ਰਤਨ ਜਿਹੜੇ ਬਣਦੇ ਨੇ, ਮਾਇਆ ਜੀਤ ਬਣਦੇ ਨੇ, ਉਹਨਾਂ ਦੀ ਨਿਸ਼ਾਨੀ ਹੈ ਉਹ। ਲੇਕਿਨ ਭਗਤੀ ਔਰ ਗਿਆਨ 'ਚ ਥੋੜਾ ਤੇ ਅੰਤਰ ਤੇ ਰਹੇ। ਬਿਲਕੁਲ ਬਿਲਕੁਲ। ਤੇ ਬੋਲਦੇ ਹਿਸਾਬ ਕਿਤਾਬ, ਇਹ ਤਾਂ ਹੋਣਾ ਹੀ ਥਾ, ਇਹ ਸਾਡਾ ਹਿਸਾਬ ਕਿਤਾਬ ਹੈ, ਚਲੋ ਕੋਈ ਨਾ। ਉਹ ਗ੍ਰਹਿਚਾਰੀ ਨਹੀਂ ਹੈ ਫਿਰ? ਗ੍ਰਹਿਚਾਰੀ ਦਾ ਮਤਲਬ ਹੈ ਸਰਕਮਸਟੈਂਸਿਸ ਇਹੋ ਜਿਹੇ ਹੋ ਜਾਂਦੇ ਆ। ਹੁਣ ਗ੍ਰਹਿਚਾਰੀ ਜਿਸ ਤਰ੍ਹਾਂ ਅੱਜ ਕੱਲ੍ਹ ਸਾਰੀ ਦੁਨੀਆ ਤੇ ਗ੍ਰਹਿਚਾਰੀ ਹੈਗੀ ਹੈ। ਹਾਂਜੀ। ਹੁਣ ਇਹ ਕਿਸੇ ਨੇ ਪਰਸਨਲੀ ਤਾਂ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਹੈ। ਇੱਕ ਲੈਬ 'ਚ ਕੋਈ ਨਈ ਕੈਮੀਕਲਸ ਇਹ ਉਹਦਾ ਉਹ ਨੁਸਖਾ ਤਿਆਰ ਕਰ ਰਹੇ ਸੀ, ਔਰ ਉਹ ਨੁਸਖਾ ਤਿਆਰ ਕਰਦੇ ਕਰਦੇ ਉਹਨੂੰ ਉਹ ਕਾਬੂ ਨਹੀਂ ਰੱਖ ਸਕੇ। ਤੇ ਅੱਜ ਉਹ ਸਾਰੀ ਦੁਨੀਆ 'ਚ ਉਹਦਾ ਜਿਹੜਾ ਨੈਗੇਟਿਵ ਇਫੈਕਟ ਹੈ ਸਾਰੀ ਦੁਨੀਆ 'ਚ ਪੈ ਰਿਹਾ, ਔਰ ਕਿਸੇ ਨੂੰ ਨਹੀਂ ਦੇਖਦੇ ਇਹ ਭੈਣ ਹੈ ਜਾਂ ਭਰਾ ਹੈ ਜਾਂ ਬਜ਼ੁਰਗ ਹੈ ਜਾਂ ਯੰਗ ਹੈ। ਕੋਈ ਕਾਰਨ ਹੁੰਦਾ ਹੀ। ਕਈ ਵਾਰ ਇਹੋ ਜਿਹੇ ਮਾਹੌਲ 'ਚ ਵਿਅਕਤੀ ਚਲਾ ਜਾਂਦਾ ਹੀ ਤੇ ਉੱਥੇ ਉਹਦਾ ਅਸਰ ਹੋ ਜਾਂਦਾ ਹੀ। ਤੇ ਫਿਰ ਕੀ ਕਹੀਏ ਉਹਨੂੰ, ਕਿਹੜੇ ਕਰਮਾਂ ਦਾ ਹਿਸਾਬ ਹੈ। ਫਿਰ ਉਹਦਾ ਇਲਾਜ ਹੁੰਦਾ ਹੀ। ਬੜੀ ਇਹੋ ਜਿਹੀ ਹਾਲਤ ਹੁੰਦੀ ਹੈ, ਚੈਸਟ 'ਚ ਬੜਾ ਕੰਜੈਸ਼ਨ ਆ ਜਾਂਦਾ ਹੀ, ਸਵਾਸ ਲੈਣ 'ਚ ਬੜੀ ਡਿਫੀਕਲਟੀ ਆ ਜਾਂਦੀ ਹੈ, ਔਰ ਕਮਜ਼ੋਰੀ ਬਹੁਤ ਆ ਜਾਂਦੀ ਸਰੀਰ 'ਚ, ਬੰਦਾ ਚੱਲ ਵੀ ਨਹੀਂ ਸਕਦਾ, ਇਤਨੀ ਮੁਸ਼ਕਿਲ 'ਚ ਹੋ ਜਾਂਦਾ ਹੈ। ਤੇ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਹੀ ਨਾ ਉਹ, ਤੇ ਇਸ ਨੂੰ ਨੈਚੁਰਲ ਕੈਲੈਮਿਟੀਜ਼ ਕਹਿੰਦੇ ਆ। ਤੇ ਨੈਚੁਰਲ ਕੈਲੈਮਿਟੀਜ਼ ਦਾ ਅਸਰ ਸਾਰੀ ਦੁਨੀਆ ਤੇ ਪੈ ਜਾਂਦਾ ਹੈ। ਤੇ ਇਹ ਤੇ ਇੱਕ ਨੈਚੁਰਲ ਕੈਲੈਮਿਟੀ ਹੈ। ਲੇਕਿਨ ਸਮਝੋ ਆਪਸੀ ਯੁੱਧ ਹੋ ਜਾਏ, ਵਿਸ਼ਵ ਯੁੱਧ, ਤੇ ਉਸ ਵੇਲੇ ਤੁਸੀਂ ਦੇਖੋ ਕੀ ਲੋਕ ਯੂਜ਼ ਕਰਨਗੇ, ਕਿਹੜੇ ਬੰਬ ਤਿਆਰ ਕੀਤੇ ਆ ਉਹਨਾਂ ਨੇ, ਐਟਮ ਬੰਬ, ਹਾਈਡਰੋਜਨ ਬੰਬ, ਔਰ ਵੀ ਕਈ ਕੁਛ ਹੈਗਾ। ਅਗਰ ਉਹ ਚੱਲਣਗੇ ਤਾਂ ਫਿਰ ਕੀ ਹੋਏਗਾ? ਵਿਨਾਸ਼। ਉਹਦੇ ਬਾਰੇ 'ਚ ਬਾਬਾ ਨੇ ਕਿਹਾ ਬਈ ਇਹੋ ਜਿਹਾ ਟਾਈਮ ਆਏਗਾ ਜੋ ਤੁਹਾਡਾ ਅੰਤਿਮ ਸੰਸਕਾਰ ਕਰਨ ਵਾਲਾ ਵੀ ਕੋਈ ਨਹੀਂ ਹੋਏਗਾ। ਉਹ ਪ੍ਰੈਕਟੀਕਲ ਦੇਖ ਰਹੇ ਹੋ ਹੁਣ। ਹਾਂਜੀ। ਹੁਣ ਕੋਵਿਡ ਦੇ ਕਾਰਨ ਇਹ ਜੋ ਕੁਝ ਚੱਲ ਰਿਹਾ ਹੈ, ਇਸ ਵੇਲੇ ਅਗਰ ਕੋਈ ਨੇ ਸਰੀਰ ਛੱਡ ਦਿੱਤਾ ਉਹਦੇ 'ਚ, ਤੇ ਉਹਨੂੰ ਉਠਾਉਣ ਵਾਸਤੇ ਵੀ ਕੋਈ ਨਹੀਂ ਅਲਾਉ ਨਹੀਂ ਕਰਦੇ ਤਾਂ ਕਿ ਦੂਸਰੇ ਨੂੰ ਨਾ ਹੋ ਜਾਏ। ਹਾਂਜੀ ਹਾਂਜੀ ਹਾਂਜੀ। ਔਰ ਜਿਹੜੇ ਉਠਾਉਂਦੇ ਨੇ ਹੁਣ ਉਹ ਬੜਾ ਪੂਰਾ ਆਪਣੇ ਆਪ ਨੂੰ ਸੰਭਾਲ ਕਰਕੇ, ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਹੁੰਦੇ ਉਹ ਦੂਰ ਤੋਂ ਦੇਖਦੇ ਆ, ਉਹਨਾਂ ਨੂੰ ਨੇੜੇ ਨਹੀਂ ਜਾ ਸਕਦੇ। ਇਹ ਨਹੀਂ ਕਿ ਫਿਰ ਉਹਨਾਂ ਦਾ ਕਰਮ ਕਾਂਡ ਕਰਨਾ ਹੀ, ਮਸਤਕ ਤੇ ਚੰਦਨ ਦਾ ਤਿਲਕ ਦੇਣਾ ਹੀ, ਨੇੜੇ ਅਗਰਬੱਤੀ ਜਲਾਉਣੀ, ਕੁਛ ਨਹੀਂ ਹੈ। ਅੰਤਿਮ ਸੰਸਕਾਰ ਵੀ ਕਰਨ ਵਾਲੇ ਦੂਸਰੇ ਹੁੰਦੇ। ਤੇ ਇਸ ਕਰਕੇ ਤੇ ਬੜੀ ਮਤਲਬ ਇੱਕ ਰਿਹਰਸਲ ਦੀ ਤਰ੍ਹਾਂ ਚੱਲ ਰਹੀ ਹੈ ਕਿ ਅੰਤਿਮ ਸਮੇਂ ਜਿਹੜਾ ਹੀ ਉਹਦੀ ਰਿਹਰਸਲ ਹੋ ਰਹੀ ਹੈ। ਤੇ ਕਿਆ ਤੁਸੀਂ ਇਹਨਾਂ ਗੱਲਾਂ 'ਚ ਅਨੁਭਵ ਕਰਦੇ ਕਿ ਜਿਹੜੇ ਪਹਿਲੇ ਗੱਲਾਂ ਜਿਹੜੇ ਬਾਬਾ ਨੇ ਮੁਰਲੀ 'ਚ ਬੋਲੀ ਥੀ,
ਉਹ ਇਸ ਸਮੇਂ ਪ੍ਰੈਕਟੀਕਲ ਹੋਇਆ ਕਰਦਾ? ਬਾਬਾ ਨੇ ਤੇ ਜਦੋਂ ਬੋਲੀ, ਮੈਂ ਹੁਣ ਤੁਹਾਨੂੰ ਕੀ ਦੱਸਾਂ, ਅੱਜ 61 ਸਾਲ ਹੋ ਗਏ ਮੈਨੂੰ ਜੀ ਗਿਆਨ ਜੀ 'ਚ। ਜੀ ਤੇ ਇਹ 60 ਸਾਲ 61 ਸਾਲ ਪਹਿਲੇ ਤੋਂ ਬਾਬਾ ਨੇ ਦੱਸਣਾ ਸ਼ੁਰੂ ਕੀਤਾ, ਕਿਉਂਕਿ ਸਾਰੀ ਦੁਨੀਆ ਤਾਈਂ ਇਹ ਸੰਦੇਸ਼ ਪਹੁੰਚਾਉਣਾ, ਤੇ ਉਹਦੇ 'ਚ ਟਾਈਮ ਚਾਹੀਦਾ ਸੀ। ਤੇ ਹੁਣ ਤੁਸੀਂ ਜਾਣਦੇ ਹੋ ਕਿ ਲਗਭਗ ਸਾਰੀ ਦੁਨੀਆ 'ਚ ਬ੍ਰਹਮਾ ਕੁਮਾਰੀਆਂ ਦਾ ਸੰਦੇਸ਼ ਤੇ ਪਹੁੰਚਿਆ ਹੋਇਆ ਹੈ। ਹੁਣ ਸੰਦੇਸ਼ ਤੇ ਪਹੁੰਚ ਗਿਆ, ਲੇਕਿਨ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਇਆ ਹੋਏਗਾ ਜਾਂ ਧਿਆਨ ਨਹੀਂ ਦਿੱਤਾ ਹੋਏਗਾ, ਜਾਂ ਇਤਨੀ ਜ਼ਿਆਦਾ ਆਬਾਦੀ ਹੈ ਕਿ ਹੋ ਸਕਦਾ ਕਿਸੇ ਦਾ ਧਿਆਨ ਗਿਆ ਹੋਏ, ਕਿਸੇ ਦਾ ਨਾ ਗਿਆ ਹੋਏ। ਔਰ ਫਿਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਖਾਣ ਪਾਨ ਜਿਸ ਤਰ੍ਹਾਂ ਚੱਲਦੇ ਸੀ, ਤੇ ਉਹਦੇ 'ਚ ਇਹ ਵਾਇਰਸ ਜਿਹੜਾ ਹੈ ਕੋਵਿਡ ਦਾ, ਉਹ ਬਹੁਤ ਨੁਕਸਾਨਕਾਰਕ ਹੈ। ਉਹ ਦੇਖਣ 'ਚ ਵੀ ਨਹੀਂ ਆਉਂਦਾ, ਕੋਈ ਇਹ ਵੀ ਨਹੀਂ ਪਤਾ ਲੱਗਦਾ ਕਿ ਇਹ ਹੋਣ ਵਾਲਾ ਹੀ ਅਚਾਨਕ ਹੋ ਜਾਂਦਾ ਹੀ। ਤੇ ਇਹਦੇ 'ਚ ਤੇ ਬਹੁਤ ਹੀ ਕੋਈ ਆਪਣੇ ਆਪ ਨੂੰ ਸੰਭਾਲ ਕੇ ਰੱਖੇ, ਖਾਣ ਪਾਣ ਦਾ ਬੜਾ ਪਰਹੇਜ਼ ਰੱਖੇ, ਸਵੱਛਤਾ ਦਾ ਬੜਾ ਧਿਆਨ ਰੱਖੇ, ਔਰ ਫਿਰ ਇਸ ਦੇ ਨਾਲ ਕੁਛ ਇਹੋ ਜਿਹੇ ਖਾਣ ਪਾਣ 'ਚ, ਜਿਸ ਤਰ੍ਹਾਂ ਆਯੁਰਵੇਦਾ 'ਚ ਕਈ ਪੱਧਤੀ ਉਹ ਦੱਸਦੇ ਨੇ, ਕਿਆ ਖਾਣਾ ਕਿਆ ਨਹੀਂ, ਕਾੜਾ ਪੀਣਾ ਹੀ, ਫਲਾਣਾ ਕਰਨਾ, ਇਹੋ ਜਿਹੀਆਂ ਗੱਲਾਂ, ਤੇ ਤਾਂ ਸੇਫਟੀ 'ਚ ਰਹਿ ਸਕਦੇ ਆ। ਤੇ ਤੇ ਬਹਿਨ ਬੜੀ, ਇਹਨੂੰ ਕਹਿੰਦੇ ਨੈਚੁਰਲ ਕੈਲੈਮਿਟੀਜ਼, ਉਹਦੇ 'ਚ ਕੋਈ ਕੁਛ ਨਹੀਂ ਕਰ ਸਕਦਾ ਜੀ। ਇਸ ਕਰਕੇ ਆਪਣੀ ਸੇਫਟੀ ਵਾਸਤੇ ਅਗਰ ਸਾਡੀ ਦਿਨਚਰਿਆ ਠੀਕ ਹੈ, ਆਪਣੇ ਮਨ ਨੂੰ ਬੜਾ ਖੁਸ਼ੀ 'ਚ ਰੱਖਦੇ ਹੈ, ਆਪਣੇ ਖਾਣ ਪਾਨ ਨੂੰ ਬੜਾ ਸ਼ੁੱਧ ਰੱਖਦੇ ਹੈ, ਆਪਣੇ ਸਰੀਰ ਨੂੰ ਵੀ ਅੱਛੀ ਤਰ੍ਹਾਂ ਨਹਾਉਣਾ ਧੋਣਾ, ਔਰ ਅੱਛਾ ਸਫਾਈ ਰੱਖਣੀ, ਹੱਥ ਧੋਣੇ, ਸੈਨੀਟਾਈਜ਼ਰ ਯੂਜ਼ ਕਰਨਾ, ਇਹ ਸਭ ਕਰਦੇ ਰਹੋ ਤੇ ਸੇਫਟੀ ਆ ਥੋੜ੍ਹੀ। ਫਿਰ ਵੀ ਦੇਖਿਆ ਹੀ ਕਿ ਕੋਈ ਬੜੇ ਪਿਆਰ ਨਾਲ ਬੁਲਾਉਂਦੇ ਨੇ ਸਾਡੇ ਪ੍ਰੋਗਰਾਮ 'ਚ, ਆਓ ਇੱਧਰ, ਔਰ ਉੱਥੇ ਚਲੇ ਗਏ, ਔਰ ਕਿਸੇ ਦੇ ਸੰਪਰਕ 'ਚ ਜ਼ਿਆਦਾ ਨਜ਼ਦੀਕ ਆ ਗਏ, ਜਿਨ੍ਹਾਂ ਨੂੰ ਪਹਿਲੇ ਹੋ ਰੱਖਿਆ ਉਹਦਾ ਅਸਰ ਪੱਟ ਹੋ ਜਾਂਦਾ। ਇਹਦੇ ਛੂਆ-ਛਾਤ ਦੀ ਬਿਮਾਰੀ ਤੋਂ ਵੀ ਜ਼ਿਆਦਾ ਹੋ ਗਈ। ਇੱਕ ਪੁਰਸ਼ਾਰਥ ਦੀ ਗੱਲ ਕਰਦੇ ਬਾਬਾ, ਇੱਕ ਪੁਰਸ਼ਾਰਥ ਹੈ, ਇੱਕ ਪੁਰਸ਼ਾਰਥ ਕਰਨਾ ਮਤਲਬ ਤੁਸੀਂ ਕਰ ਰਹੇ ਹੋ, ਤੇ ਇੱਕ ਹੁੰਦਾ ਤੀਵਰ ਪੁਰਸ਼ਾਰਥ। ਤਾਂ ਤੀਵਰ ਪੁਰਸ਼ਾਰਥ 'ਚ ਕੀ ਫਰਕ ਹੈ ਫਿਰ? ਕਿਆ ਸਮੇਂ ਅਨੁਸਾਰ ਸਾਨੂੰ ਤੀਵਰ ਪੁਰਸ਼ਾਰਥ ਕਰਨਾ ਪਊਗਾ? ਤੀਵਰ ਪੁਰਸ਼ਾਰਥ ਸਮੇਂ ਅਨੁਸਾਰ, ਉਹ ਤੇ ਫਿਰ ਸਮੇਂ ਜਿਸ ਤਰ੍ਹਾਂ ਤੁਹਾਨੂੰ ਪੁਰਸ਼ਾਰਥ ਕਰਾ ਰਿਹਾ। ਤੁਸੀਂ ਕੀ ਕੀਤਾ? ਸਾਡਾ ਤਾਂ ਨੋਰਮਲ ਖੁਦ ਪੁਰਸ਼ਾਰਥ ਜਿਹੜਾ ਹੀ, ਪਹਿਲੇ ਤੋਂ ਸਾਨੂੰ ਸਮਝ 'ਚ ਆਉਣਾ ਚਾਹੀਦਾ ਕਿ ਪੁਰਸ਼ਾਰਥ ਕਰਨਾ ਕੀ ਹੈ, ਉਹਦੇ ਵਿੱਚ ਕੀ ਕਰਨਾ ਹੀ। ਤੀਵਰ ਪੁਰਸ਼ਾਰਥ ਦਾ ਮਤਲਬ ਹੈ ਕੁਆਲਿਟੀ ਜਿਹੜੀ ਹੈ। ਹੁਣ ਇਹਦੇ ਤੇ ਥੋੜਾ ਸੋਚਣ ਦੀ ਗੱਲ ਹੈ ਕਿ ਪੁਰਸ਼ਾਰਥ ਦੀ ਕੁਆਲਿਟੀ ਤੇ ਧਿਆਨ ਦੇਣਾ ਹੈ। ਕੁਆਲਿਟੀ ਮਨਾ ਵਿਅਕਤੀ ਕੌਨਸ਼ੀਅਸਨੈਸ। ਅੱਛਾ, ਕਿਸ ਸਿਮਰਤੀ 'ਚ ਤੁਸੀਂ ਰਹਿ ਕਰਕੇ ਕਰ ਰਹੇ ਹੋ। ਹੁਣ ਜਿਸ ਤਰ੍ਹਾਂ ਮੈਡੀਟੇਸ਼ਨ ਹੀ ਹੈ, ਬੈਠ ਜਾਣਗੇ ਚੌਂਕੜੀ ਲਗਾ ਕਰਕੇ, ਦੁਨੀਆ 'ਚ ਤੇ ਅੱਖਾਂ ਬੰਦ ਕਰਕੇ ਬੈਠਦੇ ਆ, ਤੁਸੀਂ ਅੱਖਾਂ ਖੋਲ ਕੇ ਬੈਠਣਗੇ, ਉਹ ਠੀਕ ਹੈ, ਕਿਉਂਕਿ ਸੁਭਾਵਿਕ ਰੂਪ 'ਚ ਅੱਖਾਂ ਖੋਲੀਆਂ ਹੀ ਰਹਿੰਦੀਆਂ ਹੀ ਜੀ। ਤੇ ਅਗਰ ਤੀਬਰ ਪੁਰਸ਼ਾਰਥ ਕਰਨਾ ਮੈਡੀਟੇਸ਼ਨ 'ਚ ਵੀ, ਤੇ ਬੜੀ ਕਲੈਰਿਟੀ ਚਾਹੀਦੀ ਹੈ ਕਿ ਮੈਂ ਬਾਬਾ ਦੇ ਜਿਹੜੇ ਮਹਾਵਾਕਿਆ ਉਹਦੇ ਹਿਸਾਬ ਨਾਲ ਆਪਣਾ ਮਨ ਟਿਕਾਉਂ। ਜੋ ਬਾਬਾ ਨੇ ਕਿਹਾ ਹੀ, ਦੇਹ ਸਹਿਤ
दे के सर्व संबंधों से बुद्धि योग निकाल कर अपने आप को आत्मा। चेतन आत्मा ज्योति स्वरूप आत्मा निश्चय करो। और फिर शिव परमात्मा के साथ जो सर्वशक्तिवान है उनके साथ बहुत प्यार का समीपता का संबंध महसूस करो और उनसे आत्मा में वो शक्ति भरो जिससे कि पुराना जो भी कोई कर्मों का हिसाब है वो भस्म हो जाए और आत्मा फिर शक्तिशाली बन जाए। क्योंकि ਹੁਣ ਇਹ ਕਿਹਾ ਜਾਂਦਾ ਹੈ ਕਿ ਬਾਬਾ ਜਿਹੜਾ ਗਿਆਨ ਦੇ ਰਹੇ ਨੇ ਤੁਹਾਨੂੰ ਮਨੁੱਖ ਤੋਂ ਦੇਵਤਾ ਵੀ ਬਣਾ ਰਹੇ ਔਰ ਸਾਰੇ ਵਿਸ਼ਵ ਤੇ ਰਾਜ ਕਰਨ ਦੇ ਲਾਇਕ ਵੀ ਬਣਾ ਰਹੇ। तो इतनी लियाकत लियाउण वास्ते ਤੁਸੀਂ ਸੋਚ ਸਕਦੇ ਹੋ ਤੇ ਉਹਦੇ ਵਾਸਤੇ ਇਹ ਮਿਹਨਤ ਕਰਨੀ ਪੈਂਦੀ ਹੈ, ਬੜੀ ਮਹੀਨਤਾ 'ਚ ਜਾਣਾ ਪੈਂਦਾ ਹੈ। ਗਿਆਨ ਨੂੰ ਲੈ ਕੇ ਵੀ ਅਸੀਂ ਕਰ ਸਕਦੇ ਪੁਰਸ਼ਾਰਥ ਗਿਆਨ ਦੇ ਆਧਾਰ ਤੇ ਕਰੀਦਾ ਕਰ ਸਕਦੇ ਹਾਂ। ਗਿਆਨ ਨਾ ਹੋਏ ਤੇ ਫਿਰ ਪੁਰਸ਼ਾਰਥ ਨਹੀਂ ਹੋ ਸਕਦਾ। ਔਰ ਇਹਦੇ ਵਿੱਚ ਖਾਸ ਬਾਬਾ ਦੇ ਹੁਕਮ ਅਨੁਸਾਰ ਕਹੋ 4 सब्जेक्ट जिन जो है अपने ईश्वरी ज्ञान, सहज राजयोग, दैवी गुणों की धारणा और फिर सेवा, ये चारां दा बैलेंस चाहिए। ਉਹ ਤਾਂ ਹੁੰਦਾ ਹੀ ਨਹੀਂ ਭਾਈ ਸਾਹਿਬ। ਹੁੰਦਾ ਨਹੀਂ ਤੇ ਫਿਰ ਤੁਸੀਂ ਸਾਰੇ ਵਿਸ਼ਵ ਤੇ ਮਹਾਰਾਣੀ ਕਿਸ ਤਰ੍ਹਾਂ ਬਣ ਗਏ ਹੋ, ਮਹਾਰਾਜਾ कैसे बन गए हो? क्योंकि अगर ज्यादा योग कर लिया तो फिर ज्ञान फिर नींद आ जाएगी। मतलब ਨਹੀਂ ਇਸ ਕਰਕੇ ਬਾਬਾ ਨੇ ਦੇਖੋ ਸਾਨੂੰ ਦਿਨਚਰਿਆ ਹੀ ਇਹੋ ਜਿਹੀ ਬਣਾ ਕੇ ਦਿੱਤੀ ਹੈ। ਇਸ ਅੰਮ੍ਰਿਤ ਵੇਲੇ ਜਦੋਂ ਤੁਸੀਂ ਨੀਂਦ ਤੋਂ ਉੱਠਦੇ ਹੋ ਤੇ ਫਰੈਸ਼ ਹੁੰਦੇ ਹੋ ਜੀ ਜੀ, ਉਸ ਵੇਲੇ ਤੁਹਾਡੇ ਮਨ 'ਚ ਹੋਰ ਕੋਈ ਖਿਆਲ ਨਹੀਂ ਹੋਣਗੇ। ਤੇ ਸ਼ਿਵ ਬਾਬਾ ਨੂੰ ਗੁੱਡ ਮਾਰਨਿੰਗ ਕਰਕੇ ਉਹਨਾਂ ਦੇ ਨਾਲ ਮਨ ਲਗਾਉਣਗੇ, ਉਹ ਮਨਮਨਾ ਭਾਵ ਹੋ ਜਾਣਗੇ। ਉਹ ਉਸ ਵੇਲੇ ਜੋ ਤੁਹਾਨੂੰ योग ਦੀ ਸ਼ਕਤੀ ਮਿਲੇਗੀ ਉਹ ਬਾਕੀ ਟਾਈਮ ਤੇ ਨਹੀਂ ਮਿਲ ਸਕਦੀ ਕਿਉਂਕਿ ਤੁਹਾਡੇ ਮਨ 'ਚ ਹੋਰ ਕਈ ਸੰਕਲਪ ਬਾਅਦ 'ਚ ਚੱਲਦੇ ਆ। उस वेले और कोई संकल्प नहीं चलेगा। एक हम, एक बाबा, दूसरा ना कोई। जी बहुत अच्छा। ते इस करके अमृत वेले दा बहुत महत्व हैगा। फिर इस तो बाद है जदों अमृत वेले दा योग अच्छी तरह कर लिया, पौना घंटा आधा घंटा जिन्ना भी कीता, ते फिर आत्मा एकदम तैयार है। कुछ जिस तरह नहा धो करके तैयार हो जाइदा ना, तो फिर नाश्ते नूं जी करदा ही, भुख लगी हुंदी, ते फिर ज्ञान दी डोज, ईश्वरी ज्ञान मुरली बाबा दी ओदा अध्ययन करना, चाहे पढ़ो चाहे सुनो, ਉਹ ਤੁਸੀਂ ਦੇਖੋ ਕਿ ਤੁਹਾਨੂੰ ਕਿੰਨਾ ਉਹਦੇ ਨਾਲ ਫਾਇਦਾ ਹੁੰਦਾ। ਮੈਡੀਟੇਸ਼ਨ ਤੋਂ ਬਾਅਦ ਮਨ ਕਿੰਨਾ ਫਰੈਸ਼ ਹੁੰਦਾ ਹੀ। ਉਸ ਵੇਲੇ ਬਾਬਾ ਦਾ ਗਿਆਨ ਜਦੋਂ ਤੁਸੀਂ ਪੜ੍ਹਨਗੇ ਹੋ, ਮੁਰਲੀ ਪੜ੍ਹਨਗੇ ਹੋ, ਤੇ ਤੁਹਾਨੂੰ ਬਹੁਤ ਬਹੁਤ ਖਜ਼ਾਨਾ ਜਿਸ ਤਰ੍ਹਾਂ ਮਿਲ ਰਿਹਾ ਹੀ ਆਪਣੇ ਆਪ ਨੂੰ ਭਰਪੂਰ ਮਹਿਸੂਸ ਕਰਨਗੇ। ਔਰ ਉਹਦੇ ਫਲਸਵਰੂਪ ਤੁਹਾਨੂੰ दैवी गुणों की धारणा करना भी सहज लगेगा। तो जदों तुहाडे अपने जीवन च वो चीज़ आ जाएगी, ਉਹਦਾ सच्चा सुख तुसी फील करते हो, तो रिहा नहीं जाता ही दूजिਆਂ ਨੂੰ भी ये सुनाइए, अपने घर वालिਆਂ ਨੂੰ भी सुनाइए,
ਬਾਹਰ ਵਾਲਿਆਂ ਨੂੰ ਵੀ ਸੁਣਾਈਏ, ਦੋਸਤਾਂ ਨੂੰ ਵੀ ਸੁਣਾਈਏ, ਪਰ ਤਰੀਕੇ ਹੈਗੇ ਉਹਦੇ। ਕਹਿਣ ਚਾਹੁੰਦਾ ਹੀ ਚੈਰਿਟੀ ਬਿਗਿਨਸ ਐਟ ਹੋਮ, ਲੇਕਿਨ ਇਹ ਵੀ ਕਿਹਾ ਜਾਂਦਾ ਹੀ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਤੇ ਇਸ ਕਰਕੇ ਦੀਦੀ ਨੂੰ ਬੁਲਾ ਕਰਕੇ ਆਪਣੇ ਘਰ 'ਚ ਕੋਈ ਪ੍ਰੋਗਰਾਮ ਰੱਖੋ ਜੀ ਜੀ, ਤਾਂ ਕਿ ਸਭ ਦਾ ਕਲਿਆਣ ਹੋ ਜਾਏ। ਉਹ ਹੋਗੀ ਸਾਡੀ ਸੇਵਾ। ਸੇਵਾ ਹੋਏਗੀ ਨਾ। ਜੀ ਭਾਈ ਸਾਹਿਬ, ਤੁਸੀਂ ਪੁਰਸ਼ਾਰਥ ਦੀ ਬਹੁਤ ਮਹੀਨ ਗੱਲ ਦੱਸੀ। ਹੋ ਸਕਦਾ ਕਿ ਸਾਡੇ ਦਰਸ਼ਕਾਂ ਨੂੰ ਪੁਰਸ਼ਾਰਥ ਦੇ ਬਾਰੇ 'ਚ ਥੋੜ੍ਹਾ ਬਹੁਤ ਸਮਝ ਆਇਆ ਹੋਣਾ, ਔਰ ਤੁਹਾਡੇ ਪੁਰਸ਼ਾਰਥ ਦੇ ਬਾਰੇ 'ਚ ਕੋਈ ਪ੍ਰਸ਼ਨ ਹੈ ਸਾਡੇ ਈਮੇਲ 'ਚ ਜ਼ਰੂਰ ਭੇਜੋ। ਭਾਈ ਸਾਹਿਬ, ਤੁਸੀਂ ਸਤਿਗੁਰੂ ਕਰਤਾ ਪੁਰਖ 'ਚ ਆਏ ਔਰ ਆਪਣਾ ਬੜਾ ਕੀਮਤੀ ਸਮੇਂ ਸਾਨੂੰ ਦਿੰਦੇ ਤੇ ਸਾਡੇ ਪ੍ਰਸ਼ਨਾਂ ਦਾ ਹੱਲ ਵੀ ਦਿੰਦੇ। ਤੁਹਾਡਾ ਬਹੁਤ 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 ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ।